ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਵੱਲੋਂ ਹੈਲਮਟ ਐਗਜ਼ੈਂਪਸ਼ਨ ਦੀ ਤੀਜੀ ਐਨਵਰਸਰੀ ਮੌਕੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਅਤੇ ਵਿਰੋਧੀ ਧਿਰ ਦੇ ਨੇਤਾ ਐਂਡਰੀਆ ਹਾਰਵਥ ਦਾ ਕੁਈਨਸ ਪਾਰਕ ਪਹੁੰਚ ਕੇ ਧੰਨਵਾਦ ਕੀਤਾ ਗਿਆ। ਇੱਥੇ ਇਹ ਦੱਸਣਯੋਗ ਹੈ ਕਿ 3 ਸਾਲ ਪਹਿਲਾਂ ਅਗਸਤ 2018 ਵਿੱਚ ਪਹਿਲੀ ਵਾਰੀ ਓਨਟਾਰੀਓ ਸਰਕਾਰ ਵੱਲੋਂ ਹੈਲਮਟ ਐਗਜ਼ੈਂਪਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਸੀ। Today we are here to thank Honorable Premier Doug Ford for the thanking him from bottom of our heart for the helmet exemption, celebrating 3rd anniversary. Promise made, promise kept. Yes. For nation. Thank you so much. Thank you. Appreciate it. Thank you so much. Appreciate it. Thank you. Thank you. That's beautiful. And 3 years ago we said we were going to do the helmet exemption. That's exactly what we did. I encourage all premiers that haven't done it, please do it. Sikh Motorcycle Club does an incredible job raising money for so many great organizations. So thank you. Appreciate it. Thank you. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਮੋਟਰਸਾਈਕਲ ਕਲੱਬ ਦੇ ਲਈ ਤੇ ਸਾਰੇ ਹੀ ਸਿੱਖ ਰਾਈਡਰਸ ਦੇ ਲਈ ਬੜਾ ਹੀ ਇਤਿਹਾਸਿਕ ਦਿਨ ਸੀ। 18 ਅਕਤੂਬਰ 2018 ਵਾਲੇ ਦਿਨ ਪ੍ਰੀਮੀਅਰ ਡਗ ਫੋਰਡ ਨੇ ਹੈਲਮਟ ਐਗਜ਼ੈਂਪਸ਼ਨ ਦਾ ਐਲਾਨ ਕੀਤਾ ਤੇ ਜਿਹੜੇ ਸਾਡੇ ਵੀਰ ਜਿਹੜੇ ਦਸਤਾਰਾਂ ਸਜਾਉਂਦੇ ਨੇ ਉਹਨਾਂ ਦੇ ਲਈ ਇੱਕ ਦਸਤਾਰ ਬਣ ਕੇ ਰਾਈਡ ਕਰਨ ਦਾ ਮੌਕਾ ਬਣਿਆ। ਸੋ ਅੱਜ ਅਸੀਂ ਅੱਜ ਦੇ ਦਿਨ ਪ੍ਰੀਮੀਅਰ ਡਗ ਫੋਰਡ ਨੂੰ ਜਿਹੜੇ ਕਿ ਨੋਨ ਨੇ ਪ੍ਰੋਮਿਸ ਮੇਡ ਪ੍ਰੋਮਿਸ ਕੈਪਟ ਦੇ ਲਈ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਜੇ ਉਹ ਪ੍ਰੀਮੀਅਰ ਬਣਨਗੇ ਤੇ ਇਹ ਹੈਲਮਟ ਐਗਜ਼ੈਂਪਸ਼ਨ ਕਰਨਗੇ ਫॉर ਸਿੱਖ ਰਾਈਡਰਸ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਨ ਗਏ ਤੇ ਅਸੀਂ ਤਹਿ ਦਿਲੋਂ ਸਾਰੇ ਹੀ ਸਿੱਖ ਭਾਈਚਾਰੇ ਵੱਲੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿੱਥੇ ਕਿ ਪ੍ਰੀਮੀਅਰ ਡਗ ਫੋਰਡ ਨੇ ਤੇ ਉਹਨਾਂ ਦੀ ਸਾਰੇ MPPs ਨੇ ਇਹਦੇ ਹਾਂ ਵਿੱਚ ਵੋਟ ਪਾਈ, ਉੱਥੇ ਹੋਰ ਵੀ MPPs ਜੇ ਕਿ NDP ਪਾਰਟੀ ਦੇ ਸਨ ਉਹਨਾਂ ਨੇ ਵੀ ਹਾਂ ਦੇ ਵਿੱਚ ਹਾਂ ਮਿਲਾਉਂਦਿਆਂ ਹੋਇਆਂ ਯੈਸ ਦੀ ਵੋਟ ਪਾਈ ਸੀ। ਸੋ ਇਹਦੇ ਲਈ ਅਸੀਂ ਐਂਡਰੀਆ ਹਾਰਵਰਥ ਨੂੰ ਵੀ ਮਿਲੇ, ਉਹਨਾਂ ਦਾ ਵੀ ਸ਼ੁਕਰੀਆ ਅਦਾ ਕੀਤਾ। ਸੋ ਅਸੀਂ ਤਹਿ ਦਿਲੋਂ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਇਸ ਸਟਰਗਲ ਦੇ ਵਿੱਚ ਜਿਵੇਂ ਸ਼ਿਰਕਤ ਕੀਤੀ ਤੇ ਸਾਡੇ ਵੀਰ ਹੁਣ ਦਸਤਾਰਾਂ ਸਜਾ ਕੇ ਮੋਟਰਸਾਈਕਲ ਰਾਈਡ ਕਰ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਕੁਈਨਸ ਪਾਰਕ ਪਹੁੰਚੇ ਹਾਂ। ਸਾਰੀ ਸਿੱਖ ਸੰਗਤ ਜਾਣਦੀ ਆ ਵੀ ਜਿਹੜੀ ਆਪਾਂ ਬਹੁਤ ਸਟਰਗਲ ਤੋਂ ਬਾਅਦ ਹੈਲਮਟ ਐਗਜ਼ੈਂਪਸ਼ਨ ਆਪਾਂ ਨੂੰ ਮਿਲ ਗਈ ਸੀ ਤਾਂ ਕਿ ਆਪਾਂ ਦਸਤਾਰ ਸਜਾ ਕੇ ਓਨਟਾਰੀਓ ਦੀਆਂ ਸੜਕਾਂ ਦੇ ਉੱਤੇ ਮੋਟਰਸਾਈਕਲ ਇੰਜੋਏ ਕਰ ਸਕੀਏ। ਅੱਜ ਉਹਦੀ ਤੀਜੀ ਐਨਵਰਸਰੀ 'ਤੇ ਅਸੀਂ ਇੱਥੇ ਆਏ ਹਾਂ। ਅਸੀਂ NDP ਦੀ ਲੀਡਰ ਐਂਡਰੀਆ ਹਾਰਵਰਥ ਦਾ ਵੀ ਧੰਨਵਾਦ ਕੀਤਾ ਤੇ ਡਗ ਫੋਰਡ ਸਾਡੇ ਰਿਸਪੈਕਟੇਬਲ ਆਨਰੇਬਲ ਪ੍ਰੀਮੀਅਰ ਡਗ ਫੋਰਡ ਦਾ ਅਸੀਂ ਧੰਨਵਾਦ ਕਰਨ ਆਏ ਸੀ ਤੇ ਉਹਨਾਂ ਨੇ ਸਾਨੂੰ ਬੜਾ ਵਾਰਮ ਵੈਲਕਮ ਕੀਤਾ ਦੋਨਾਂ ਜਣਿਆਂ ਨੇ। ਤੇ ਅਗੇਨ ਅਸੀਂ ਸਾਰੀ ਸਿੱਖ ਕਮਿਊਨਿਟੀ ਨੂੰ ਇਸ ਸਪੈਸ਼ਲ ਡੇ 'ਤੇ ਬਹੁਤ ਮੁਬਾਰਕਾਂ ਭੇਜਦੇ ਹਾਂ। ਸਿੱਖ ਮੋਟਰਸਾਈਕਲ ਕਲੱਬ ਦੀ ਇਹ ਇਕੱਲਿਆਂ ਦੀ ਲੜਾਈ ਨਹੀਂ ਸੀ, ਇਹ ਪੂਰੀ ਸਿੱਖ ਕਮਿਊਨਿਟੀ ਨੇ ਰਲ ਕੇ ਸਾਡਾ ਸਾਥ ਦਿੱਤਾ ਤੇ ਇਹ ਸਿਹਰਾ ਸਾਡੇ ਸਿਰ ਬੰਨ੍ਹਿਆ ਅਤੇ ਹੈਲਮਟ ਤੋਂ ਛੋਟ ਮਿਲੀ। ਅਸੀਂ ਦਸਤਾਰਾਂ ਸਜਾ ਕੇ ਓਨਟਾਰੀਓ ਦੀਆਂ ਸੜਕਾਂ 'ਤੇ ਮੋਟਰਸਾਈਕਲ ਇੰਜੋਏ ਕਰਦੇ ਹਾਂ। ਧੰਨਵਾਦ ਸਾਰੀ ਕਮਿਊਨਿਟੀ ਦਾ, ਪ੍ਰੀਮੀਅਰ ਡਗ ਫੋਰਡ ਦਾ, ਐਂਡਰੀਆ ਹਾਰਵਰਥ ਦਾ, ਉਹਨਾਂ ਦੇ ਸਾਰੇ MPPs ਦਾ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿੱਚ ਸਿੱਖਾਂ ਦਾ ਹਰ ਇੱਕ ਦਿਹਾੜਾ ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਵੀ ਸਕੂਲੀ ਵਿਦਿਆਰਥੀਆਂ ਵੱਲੋਂ ਨਗਰ ਕੀਰਤਨ ਦੇ ਰੂਪ ਵਿੱਚ ਮਨਾਇਆ ਗਿਆ, ਜਿਸ ਦੀ ਅਗਵਾਈ ਸਕੂਲ ਬੈਂਡ ਅਤੇ ਪੰਜ ਪਿਆਰਿਆਂ ਵੱਲੋਂ ਕੀਤੀ ਗਈ। ਇਸ ਮੌਕੇ ਸਾਰੀਆਂ ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਦਿੱਤੀ ਗਈ। ਨਾਜ਼ਪ੍ਰੀਤ ਖੋਰੰਦਾਵਾ। ਸੋ ਅੱਜ ਦੇ ਇਵੈਂਟ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾਇਆ ਆ ਅਤੇ ਅਸੀਂ ਖਾਲਸਾ ਕਮਿਊਨਿਟੀ ਸਕੂਲ ਦੇ ਵਿੱਚ ਆਪਣਾ ਨਗਰ ਕੀਰਤਨ ਰੱਖਿਆ ਸੀ। ਬਹੁਤ ਅੱਛਾ ਲੱਗਿਆ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀ ਸਿੱਖਿਆਵਾਂ ਨੂੰ ਜੋ ਉਹਨਾਂ ਵਿੱਚ ਲਿਖੀਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਹਾਂ ਹਮੇਸ਼ਾ। ਮੈਂ ਸਾਰਿਆਂ ਨੂੰ ਆਹ ਕਹਾਂਗੀ ਵੀ ਤੁਸੀਂ ਹਮੇਸ਼ਾ ਗੁਰਬਾਣੀ ਨੂੰ ਸਿੱਖਣ ਦੀ ਕੋਸ਼ਿਸ਼ ਕਰੋ। ਹਰ ਇੱਕ ਸ਼ਬਦ ਜੋ ਉਹਦੇ ਵਿੱਚ ਲਿਖਿਆ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਹਮੇਸ਼ਾ ਆਪਣੇ ਆਪ ਨੂੰ ਗੁਰਬਾਣੀ ਨਾਲ ਜੋੜੋ ਤਾਂ ਕਿ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਸੁੱਖ ਆਉਣ।
ਹਾਂਜੀ, ਗੁਰਬਾਣੀ ਦੇ ਵਿੱਚ ਜੋ ਕੁਝ ਵੀ ਅਸੀਂ ਸਕੂਲ ਦੇ ਵਿੱਚ ਸਿੱਖਦੇ ਹਾਂ ਉਹਨੂੰ ਮੈਂ ਆਪਣੀ ਡੇਲੀ ਲਾਈਫ ਦੇ ਵਿੱਚ ਅਪਲਾਈ ਕਰਦੀ ਹਾਂ, ਆਪਣੇ ਪੇਰੈਂਟਸ ਨੂੰ ਵੀ ਦੱਸਦੀ ਹਾਂ, ਉਹ ਵੀ ਬਹੁਤ ਖੁਸ਼ ਹੁੰਦੇ ਨੇ ਇਸ ਗੱਲ ਨੂੰ ਸੁਣ ਕੇ। ਅਤੇ ਮੈਂ ਉਮੀਦ ਰੱਖਦੀ ਹਾਂ ਵੀ ਮੈਂ ਹਮੇਸ਼ਾ ਆਪਣੇ ਆਪ ਨੂੰ ਗੁਰਬਾਣੀ ਨਾਲ ਜੋੜਨ ਦੀ ਟਰਾਈ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਨਾਜ਼ਪ੍ਰੀਤ ਕੌਰ ਹੈ। ਅੱਜ ਅਸੀਂ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਹਾਂ। 1708 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ ਅਤੇ ਸਾਰੇ ਸਿੱਖਾਂ ਨੂੰ ਕਿਹਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੰਪਾਈਲ ਕੀਤਾ ਅਤੇ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣ ਦਾ ਕੰਮ ਕੀਤਾ। ਟੋਰਾਂਟੋ ਵਿੱਚ ਓਨਟਾਰੀਓ ਦੇ ਲੇਬਰ ਮਿਨਿਸਟਰ ਮੌਂਟੇ ਮੈਕਨੋਟਨ ਨੇ ਘੋਸ਼ਣਾ ਕੀਤੀ ਕਿ ਸਰਕਾਰ ਅਜਿਹਾ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਜਿਸ ਨਾਲ ਓਨਟਾਰੀਓ ਦੀ ਲੇਬਰ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਿਖਲਾਈ ਪ੍ਰਾਪਤ ਪ੍ਰਵਾਸੀਆਂ ਲਈ ਆਪਣੇ ਪੇਸ਼ੇਵਰ ਕਰੀਅਰ ਸ਼ੁਰੂ ਕਰਨਾ ਸੌਖਾ ਹੋ ਜਾਵੇ। ਇਹ ਕਾਨੂੰਨ ਲਾਇਸੈਂਸ ਅਤੇ ਪੇਸ਼ੇਵਰ ਰਜਿਸਟ੍ਰੇਸ਼ਨ ਲਈ ਕੈਨੇਡੀਅਨ ਕੰਮ ਦੇ ਤਜਰਬੇ ਦੀ ਜ਼ਰੂਰਤ ਨੂੰ ਹਟਾ ਦੇਵੇਗਾ। As we all know, Ontario is a destination for so many people with technical skills and abilities who are in search of greater opportunities for themselves and their families. Immigrants create businesses in all of our communities. They fill much needed roles and spark our entrepreneurial spirit. I'm proud to welcome them. And our mission is to help them reach their goals and start careers that match their skills. Ontario proudly welcomes more immigrants every year than any other province in the country. However, only 25% of these newcomers are working in a job that matches their skills, despite almost 300,000 jobs in Ontario going unfilled and billions lost in productivity. If we're going to tackle the generational labor shortage facing Ontario, we need everyone participating. Unlocking the full potential of skilled newcomers is crucial to building back a stronger province. For newcomers, finding work is their top priority. They have the skills and motivation, but face multiple barriers to getting started. Many of them could be working in professions and skilled trades we desperately need as engineers, architects, or accountants. Yet, they often face endless government bureaucracy and red tape when seeking to get their start. As you can imagine, this can deter and deny many newcomers a chance to contribute in the professions they've trained all their lives for. This needs to change. Helping these workers start careers in industries that need them would be life-changing. That's why our government intends to propose unprecedented legislation this fall that would, if passed, remove these barriers. Ontario would become the first province in Canada to level the playing field for skilled professionals. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਓਟਵਾ ਵਿੱਚ ਬੱਚਿਆਂ ਦੇ ਹਸਪਤਾਲ ਦਾ ਦੌਰਾ ਕਰਦੇ ਹੋਏ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾਵਾਂ ਲਈ ਫੈਡਰਲ ਸਰਕਾਰ ਦੇ ਟੀਕਾਕਰਨ ਪ੍ਰਮਾਣ ਪ੍ਰਣਾਲੀ ਦੇ ਵੇਰਵਿਆਂ ਦੀ ਘੋਸ਼ਣਾ ਕੀਤੀ। We made a commitment to ensure that there is a national standard for a proof of vaccination certificate that will be issued by every province and territory so that people can travel domestically but particularly internationally. And today I'm happy to confirm that all provinces and territories have confirmed that they will be moving forward with a standardized national proof of vaccination. As of today, so far, we have Saskatchewan, Ontario, Quebec, Nova Scotia, Newfoundland, and all three territories, Nunavut, Northwest Territories, and Yukon, who already have put into use the national standard for proof of vaccination. You can download it onto your phone, you can print it out, you can ask for a copy by mail if you don't have those capacities, but you are now able to show proofs of vaccination immediately in all those provinces, and all other provinces have
agreed and are working hard to come online so that as Canadians look to start traveling again, there will be a standardized proof of vaccination certificate that, as we said, we will be picking up the tab for at the federal level to ensure that all provinces are able to do it. And we'll also move forward on our other commitments we made around vaccinations and safety and COVID, which is moving forward on legislation to keep healthcare workers safe from intimidation and being hassled. So we can end this pandemic and get back to the things we love. It's a reminder as well, as we move forward on all these measures, for folks who still haven't yet gotten their full vaccinations, please get yourself vaccinated. It's the way we can all get back to the things we love, avoid further lockdowns, and make sure that our economy comes roaring back and we're keeping our most vulnerable as protected as possible. ਅਲਬਰਟਾ ਦੇ ਊਰਜਾ ਮੰਤਰੀ ਸੋਨੀਆ ਸਾਵੇਜ ਨੇ ਅਲਬਰਟਾ ਦੇ ਤੇਲ ਅਤੇ ਊਰਜਾ ਉਦਯੋਗ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਮੁਹਿੰਮਾਂ ਦੇ ਕਥਿਤ ਵਿਦੇਸ਼ੀ ਫੰਡਿੰਗ ਬਾਰੇ ਸੂਬਾਈ ਸਰਕਾਰ ਦੀ ਜਨਤਕ ਜਾਂਚ ਦੀ ਅੰਤਿਮ ਰਿਪੋਰਟ ਜਾਰੀ ਕੀਤੀ। ਦੱਸਣਯੋਗ ਹੈ ਕਿ ਜਾਂਚ ਕਮਿਸ਼ਨਰ ਸਟੀਵ ਐਲਨ ਨੇ 30 ਜੁਲਾਈ 2021 ਨੂੰ ਸਰਕਾਰ ਨੂੰ ਆਪਣੀ ਰਿਪੋਰਟ ਮੁਹੱਈਆ ਕਰਵਾਈ ਸੀ। ਇਸ ਬਾਰੇ ਪ੍ਰੀਮੀਅਰ ਜੇਸਨ ਕੇਨੀ ਨੇ ਜੁਲਾਈ 2019 ਵਿੱਚ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। These organizations operated like a business. The commissioner called it an industry unto itself. They applied for and received funding and grants from multi-billion-dollar foreign foundations. That foreign funding was used to not only target pipelines and projects, but to influence domestic public policy, legislation, and regulatory processes. That should concern all Canadians. We are not talking about small money here. The amounts involved are profoundly large. From 2010 to 2018, approximately $15 billion of foreign funding directed towards Canadian charities came across the border. Foreign funding of Canadian-based environmental initiatives was at $1.28 billion between 2003 and 2019. Many of these organizations operate as an industry, adapting to emerging markets and trends, and jumping from cause to cause. And that money comes across the border with a lack of transparency and disclosure. The funds are hard to find and difficult to trace. It's like tossing a penny into a muddy pond and trying to find it. The deeper it sinks, the more murky it gets and the harder it is to find. That's why the Commissioner's #1 recommendation is for better transparency and governance. For over a decade, these campaigns targeted our energy sector, and it waged on, from protests to blockades, to lawsuits and celebrity arrests, and even dangling from the Ironworkers Memorial Bridge. The goal was always to landlock Alberta's oil and gas. That was the ultimate goal of the tar sands campaign. We saw it play out step by step. And it continues today. Divestment campaigns operating today have claimed to achieve over 1,000 divestments from fossil fuels, representing $8 trillion. Recently, we saw President Joe Biden continue his pleas for more OPEC oil in order to rescue the United States from high fuel prices. ਬੀਤੇ ਐਤਵਾਰ ਸਵੇਰੇ 1 ਵਜੇ ਦੇ ਕਰੀਬ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਬਰੈਂਪਟਨ ਸਥਿਤ ਤੰਦੂਰੀ ਹਵੇਲੀ ਰੈਸਟੋਰੈਂਟ ਵਿੱਚ ਭੰਨਤੋੜ ਕੀਤੀ ਗਈ ਸੀ। ਇਸ ਭੰਨਤੋੜ ਵਿੱਚ 3 ਕਸਟਮਰਸ ਨੂੰ ਸੱਟਾਂ ਲੱਗੀਆਂ ਸਨ। ਹਵੇਲੀ ਦੇ ਮੈਨੇਜਰ ਮੁਤਾਬਿਕ ਹਮਲਾਵਰਾਂ ਨੇ ਸਟਾਫ ਦੀਆਂ ਗੱਡੀਆਂ ਦੀ ਭੰਨਤੋੜ ਵੀ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਹੁਣ ਪੀਲ ਪੁਲਿਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਉਮਰ 25 ਤੋਂ 30 ਸਾਲ ਦੇ ਦਰਮਿਆਨ ਹੈ। 17 ਅਕਤੂਬਰ ਦੀ ਗੱਲ ਹੈ ਐਂਡ ਰਾਤ ਨੂੰ 1 ਵਜ ਕੇ ਐਂਡ ਅਪਰੋਕਸੀਮੇਟਲੀ 35 ਮਿੰਟਸ ਦੀ ਗੱਲ ਹੈਗੀ ਆ। ਉਸ ਟਾਈਮ ਆ ਕੇ 1:35 AM ਤੇ ਆਲ ਆਫ ਸਡਨ 5 ਜਣੇ ਆਏ। 5 ਜਣਿਆਂ ਨੇ ਜਿਹੜੀਆਂ ਵਿੰਡੋਜ਼ ਨੇ ਔਰ ਪਿੱਛੇ ਉਹ ਸਾਰਾ ਜਿੱਥੇ ਵੀ ਸਟਿੱਕਰ ਲੱਗਾ ਹੋਇਆ ਹੈ ਪਿਛਲਾ ਡੋਰ ਉੱਧਰਲੀਆਂ ਵਿੰਡੋ ਉਹ ਜਿਹੜੀਆਂ ਭੰਨਣੀਆਂ ਸ਼ੁਰੂ ਕਰ ਦਿੱਤੀਆਂ। ਐਂਡ ਦੇ ਹੈਡ ਲਾਈਕ ਉਹਨਾਂ ਦੇ ਕੋਲ ਨਾ ਮਤਲਬ ਡਿਫਰੈਂਟ ਕਾਈਂਡ ਦੇ ਵੈਪਨ ਸੀਗੇ, ਜਿੱਦਾਂ ਡਾਂਗ ਹੋ ਗਈ, ਹਾਕੀ ਸਟਿਕ ਹੋ ਗਈ, ਬੈਟ ਹੋ ਗਏ, ਉਹ ਸਾਰੀਆਂ ਚੀਜ਼ਾਂ ਸੀਗੀਆਂ। ਉਹਨਾਂ ਦੇ ਨਾਲ ਉਹਨਾਂ ਨੇ ਮਤਲਬ ਇੰਨੀ ਜ਼ੋਰ ਦੀ ਕੀਤਾ ਕਿ ਇੱਕ ਟਾਈਮ ਤਾਂ ਮਤਲਬ ਸਾਰੇ ਜਣੇ ਡਰ ਗਏ ਸੀ, ਸਾਰੇ ਕਸਟਮਰ ਵੀ ਅੰਦਰ ਭੱਜਣ ਲੱਗ ਪਏ। ਤਾਂ ਸਾਨੂੰ ਵੀ ਸਮਝ ਨਹੀਂ ਆਇਆ ਕੀ ਹੋਇਆ, ਬਟ ਸਾਰਿਆਂ ਨੇ
ਥੋੜਾ ਹੌਸਲਾ ਦਿਖਾ ਕੇ 911 ਕਾਲ ਕੀਤੀ ਐਂਡ ਪੁਲਿਸ ਲਾਈਕ ਇਮੀਡੀਏਟਲੀ ਆ ਗਈ ਵਿਦਿਨ 2 ਮਿੰਟਸ ਐਂਡ 137 ਤੇ ਜਦੋਂ ਰੋਡ ਕ੍ਰਾਸ ਕਰ ਰਹੇ ਸੀ ਸੋ ਉਹ ਫੜੇ ਗਏ ਸੋ ਪੁਲਿਸ ਕਹਿੰਦੀ ਹੈ ਕਿ ਲਾਈਕ 3 ਜਣਿਆਂ ਨੂੰ ਫੜਿਆ 2 ਹਲੇ ਸਟਿਲ ਲੱਭ ਰਹੇ ਅਸੀਂ ਓਪਨ ਕਰਨਾ ਸੀ ਲਾਸਟ ਈਅਰ ਅਸੀਂ ਓਪਨ ਕੀਤਾ 7 ਮਾਰਚ 2020 ਨੂੰ ਓਪਨ ਕੀਤਾ ਉਸ ਟਾਈਮ ਸਾਡੀ ਪਲਾਨਿੰਗ ਸੀ ਕਿ ਅਸੀਂ ਫਰਵਰੀ ਦੇ ਵਿੱਚ ਅਸੀਂ ਖੋਲੀਏ ਤੇ ਫੈਬ ਦੇ ਵਿੱਚ ਜਦੋਂ ਅਸੀਂ ਸਾਰਾ ਰੈਡੀ ਕਰ ਲਿਆ ਰੈਡੀ ਕਰਕੇ ਐਵਰੀਥਿੰਗ ਸਫਾਈ ਸਭ ਕੁਝ ਕਰਵਾ ਕੇ ਸਟੈਚੂ ਵਗੈਰਾ ਲਾ ਕੇ ਤੇ ਅਸੀਂ ਓਪਨ ਕਰਨ ਲਈ ਮਤਲਬ 1-2 ਜਣਿਆਂ ਨੂੰ ਕਹਿ ਦਿੱਤਾ ਵੀ ਓਕੇ ਆਪਾਂ ਗ੍ਰੈਂਡ ਓਪਨਿੰਗ ਕਰਨੀ ਹੈ ਸਭ ਕੁਛ ਪਰ ਇਦੋਂ ਪਹਿਲਾਂ ਮਤਲਬ ਅਸੀਂ ਖੋਲ੍ਹਦੇ 23 ਫਰਵਰੀ ਨੂੰ ਸਾਡੇ ਆ ਸਾਰੇ ਸਟੈਚੂ ਜਿਹੜੇ ਹੈਗੇ ਆ ਤੋੜ ਕੇ ਚਲੇ ਗਏ What I can tell you is that on the 17th of October, so it was last Sunday, just around 1:30 a.m., we received a call for some suspicious persons outside a restaurant in the area of Steeles Avenue East and Dixie Road in the city of Brampton. And what I can say is officers arrived and they identified that there had been damage done to a business and 2 vehicles that had been parked in the parking lot area. And investigation revealed that there were 3 people that were taken into custody and charges were laid. So we did charge 3 men. There was a 27-year-old, a 26-year-old, and a 25-year-old. They were all charged with property damage related offenses, and they will be going to court at some point in the future.